ਅਗਰ ਉਸਨੇ ਕਿਸੇ ਨੂੰ ਜ਼ੁਬਾਨ ਦਿੱਤੀ ਹੈ, ਅਗਰ ਉਹਦਾ ਨੁਕਸਾਨ ਵੀ ਹੋਵੇ, ਆਪਣੀ ਜ਼ੁਬਾਨ ਤੋਂ ਨਹੀਂ ਮੁਕਰੇਗਾ। ਵਚਨ ਦਿੱਤਾ ਹੈ ਤਾਂ ਉਸ ਵਚਨ ਤੋਂ ਨਹੀਂ ਹਟੇਗਾ। ਸਵਰਗ ਵਿੱਚ ਜਾਣ ਵਾਲੇ ਜਿਹੜੇ ਵਿਅਕਤੀ ਹੈ, ਉਹਨਾਂ ਦੇ ਅਦਭੁਤ ਗੁਣ ਕੀ ਹੈ ਪਤਾ ਹੈ। ਉਹ ਵਚਨ ਤੋਂ ਨਹੀਂ ਹਟਣਗੇ। ਇਹ ਗੁਣ ਮਸੀਹ ਤੇ ਵਿਸ਼ਵਾਸ ਕਰਨ ਵਾਲੇ ਮੇਰੇ ਭੈਣੋ ਤੇ ਭਰਾਓ, ਤੁਹਾਡੀਆਂ ਗੱਲਾਂ ਹਾਂ ਦੀ ਹਾਂ ਹੋਵੇ ਅਤੇ ਨਾ ਦੀ ਨਾ ਹੋਵੇ। ਗੱਲ ਨੂੰ ਬਦਲਣਾ ਇਹ ਤਾਂ ਪਰਮੇਸ਼ਵਰ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ। ਯੋਨਾਤਨ ਇੱਕ ਵਾਰ ਦਾਊਦ ਦੇ ਨਾਲ ਗੱਲ ਕਰਦੇ ਹੋਏ ਇਹ ਕਹਿਣ ਲੱਗਾ। ਯੋਨਾਤਨ ਇਸ ਗੱਲ ਨੂੰ ਸਮਝ ਗਿਆ ਸੀ। ਸ਼ਾਊਲ ਜਾਨੇ ਉਹਦਾ ਪਿਤਾ ਰਾਜਾ ਸੀ, ਰਾਜ ਕਰ ਰਿਹਾ ਸੀ। ਯੋਨਾਤਨ ਨੂੰ ਇਹ ਗੱਲ ਸਮਝ ਆ ਗਈ ਕਿ ਮੇਰਾ ਪਿਤਾ ਰਾਜਾ ਹੈ, ਉਸ ਤੋਂ ਬਾਅਦ ਮੈਨੂੰ ਰਾਜਾ ਹੋਣਾ ਚਾਹੀਦਾ। ਲੇਕਿਨ ਪਰਮੇਸ਼ਵਰ ਨੇ ਦਾਊਦ ਨੂੰ ਰਾਜਾ ਬਣਨ ਦੇ ਲਈ ਚੁਣ ਲਿਆ ਹੈ। ਮੈਂ ਰਾਜਾ ਨਹੀਂ ਬਣ ਸਕਦਾ। ਪਰਮੇਸ਼ਵਰ ਦੀ ਇੱਛਾ ਅਨੁਸਾਰ ਦਾਊਦ ਹੀ ਰਾਜਾ ਬਣੇਗਾ। ਫਿਰ ਮੈਨੂੰ ਕੀ ਕਰਨਾ ਚਾਹੀਦਾ ਹੈ? ਪਰਮੇਸ਼ਵਰ ਦੀ ਇੱਛਾ ਦੇ ਅਧੀਨ ਹੋਣਾ ਹੈ। ਜ਼ਰਾ ਧਿਆਨ ਦੇ ਨਾਲ ਸੁਣੋ। ਸ਼ਾਊਲ ਤੋਂ ਬਾਅਦ ਉਸਦੇ ਪੁੱਤਰ ਯੋਨਾਤਾਨ ਨੂੰ ਰਾਜਾ ਬਣਨਾ ਚਾਹੀਦਾ ਸੀ। ਦਾਊਦ ਤੋਂ ਬਾਅਦ ਉਹਦਾ ਪੁੱਤਰ ਸੁਲੇਮਾਨ ਰਾਜਾ ਬਣਿਆ। ਅਗਰ ਵੇਖਿਆ ਜਾਵੇ ਤਾਂ ਪਿਤਾ ਤੋਂ ਬਾਅਦ ਬੇਟਾ ਹੀ ਰਾਜਾ ਬਣਦਾ ਹੈ। ਉਸ ਸਮੇਂ ਉਹ ਰਾਜ ਕਰਨ ਦੇ ਲਈ ਚੁਣਿਆ ਗਿਆ ਸੀ। ਪਰ ਪਰਮੇਸ਼ਵਰ ਦੀ ਇੱਛਾ ਕੀ ਸੀ ਕਿ ਸ਼ਾਊਲ ਤੋਂ ਬਾਅਦ ਦਾਊਦ ਨੂੰ ਇਹ ਦੇਸ਼ ਸੰਭਾਲਣਾ ਚਾਹੀਦਾ। ਯੋਨਾਤਨ ਤਾਂ ਆਤਮਿਕ ਵਿਅਕਤੀ ਹੈ। ਆਪਣੀ ਇੱਛਾ ਤੋਂ ਵੱਧ ਕੇ, ਪਿਤਾ ਦੀ ਇੱਛਾ ਤੋਂ ਵੱਧ ਕੇ ਮੇਰੇ ਪਰਮੇਸ਼ਵਰ ਦੀ ਇੱਛਾ ਹੈ। ਪਰਮੇਸ਼ਵਰ ਦੀ ਇੱਛਾ ਨੂੰ ਗ੍ਰਹਿਣ ਕਰਕੇ ਉਸ ਨੂੰ ਗ੍ਰਹਿਣ ਕਰਨਾ ਹੈ। ਇਹ ਉਹਦੀ ਜ਼ਿੰਮੇਵਾਰੀ ਸੀ। ਪਤਾ ਉਸਨੇ ਦਾਊਦ ਨੂੰ ਕੀ ਕਿਹਾ ਸੀ? ਉਸਨੇ ਅਦਭੁਤ ਗੱਲ ਕਹੀ। ਇੱਕ ਪਾਸੇ ਤਾਂ ਦਾਊਦ ਰਾਜੇ ਦੇ ਰੂਪ 'ਚ ਅਭਿਸ਼ੇਕ ਕੀਤਾ ਗਿਆ। ਐਸੇ ਸਮੇਂ ਦੇ ਵਿੱਚ ਯੋਨਾਤਨ ਉਹਦਾ ਬਹੁਤ ਚੰਗਾ ਮਿੱਤਰ ਸੀ ਅਤੇ ਉਹਦਾ ਭਲਾ ਕਰਨ ਵਾਲਾ ਸੀ। ਯੋਨਾਤਨ ਹੁਣ ਕੀ ਸੋਚ ਰਿਹਾ ਸੀ? ਹੋ ਸਕਦਾ ਉਹਦੀ ਕੋਈ ਜਗ੍ਹਾ ਹੋਵੇ ਜਾਂ ਫਿਰ ਉਹਦਾ ਕੋਈ ਅਹੁਦਾ ਹੋਵੇਗਾ ਕਿ ਮੈਂ ਤੇਰੀ ਸਾਰੀ ਸੰਪત્ਤੀ ਨੂੰ ਖਾਲੀ ਕਰਨ ਵਾਲਾ ਹਾਂ। ਐਸੀ ਸੋਚ ਥੋੜ੍ਹੀ ਬਹੁਤ ਦਾਊਦ ਵਿੱਚ ਹੋ ਸਕਦੀ ਹੈ। ਲੇਕਿਨ ਇੱਕ ਦਿਨ ਜਿਸਨੇ ਪਰਮੇਸ਼ਵਰ ਦੀ ਇੱਛਾ ਗ੍ਰਹਿਣ ਕੀਤੀ, ਇੱਕ ਦਿਨ ਯੋਨਾਤਨ ਨੇ ਬਹੁਤ ਹੀ ਚੰਗੀ ਗੱਲ ਉਸ ਨੂੰ ਕਹੀ ਸੀ। ਆਓ ਅਸੀਂ ਵੇਖਦੇ ਹਾਂ। ਪਹਿਲੇ ਸ਼ੈਮੂਏਲ ਦੀ ਕਿਤਾਬ ਦੇ ਵਿੱਚ 23ਵੇਂ ਅਧਿਆਇ 'ਚ ਵੇਖਾਂਗੇ। ਮੈਂ ਪੜ੍ਹ ਰਿਹਾ ਹਾਂ। ਸ਼ਾਊਲ ਦਾ ਪੁੱਤਰ ਯੋਨਾਥਾਨ ਉੱਠ ਕੇ ਯਾਨੀ ਜੰਗਲ ਦੇ ਵਿੱਚ ਦਾਊਦ ਦੇ ਕੋਲ ਆ ਕੇ ਕਹਿੰਦਾ ਹੈ, ਮੇਰਾ ਪਿਤਾ ਸ਼ਾਊਲ ਤਾਂ ਤੈਨੂੰ ਕਦੇ ਵੀ ਫੜ ਨਹੀਂ ਸਕੇਗਾ, ਪਰ ਤੂੰ ਨਾ ਡਰ। ਮੇਰਾ ਪਿਤਾ ਕੋਸ਼ਿਸ਼ ਕਰ ਰਿਹਾ ਹੈ ਕਿ ਤੈਨੂੰ ਫੜ ਕੇ ਉਹ ਮਾਰ ਦੇਵੇ। ਦਾਊਦ ਤੂੰ ਹੌਸਲਾ ਰੱਖ, ਮੇਰਾ ਪਿਤਾ ਤੈਨੂੰ ਫੜ ਨਹੀਂ ਸਕਦਾ। ਕਾਰਨ ਪਤਾ ਹੈ, ਕਿਉਂਕਿ ਯੋਨਾਥਨ ਜਾਣਦਾ ਸੀ ਕਿ ਦਾਊਦ ਦੇ ਵੱਲੋਂ ਪਰਮੇਸ਼ਵਰ ਹੈ। ਦਾਊਦ ਨੂੰ ਪਰਮੇਸ਼ਵਰ ਨੇ ਰਾਜਾ ਹੋਣ ਲਈ ਚੁਣ ਲਿਆ ਹੈ। ਇਸ ਲਈ ਮੇਰਾ ਪਿਤਾ ਨਾ ਦਾਊਦ ਨੂੰ ਫੜ ਸਕਦਾ ਹੈ ਤੇ ਨਾ ਉਸ ਨੂੰ ਮਾਰ ਸਕਦਾ ਹੈ। ਉਹ ਕਿੰਨਾ ਅਦਭੁਤ ਅਤੇ ਆਤਮਿਕ ਵਿਅਕਤੀ ਹੈ। ਇੰਨਾ ਹੀ ਨਹੀਂ, ਉਹ ਕਹਿੰਦਾ ਹੈ 17ਵਾਂ ਵਚਨ, ਤੂੰ ਹੀ ਇਜ਼ਰਾਇਲ ਦਾ ਪਾਤਸ਼ਾਹ ਹੋਵੇਗਾ ਅਤੇ ਮੈਂ ਤੇਥੋਂ ਦੂਜੇ ਦਰਜੇ ਤੇ ਹੋਵਾਂਗਾ। ਉਹ ਪਿੱਛੇ ਹਟ ਜਾਂਦਾ ਹੈ, ਆਪਣੇ ਆਪ ਨੂੰ ਉਹ ਸਾਈਡ ਤੇ ਕਰ ਲੈਂਦਾ ਹੈ। ਯਾਨੀ ਸ਼ਾਊਲ ਦੇ ਚਲੇ ਜਾਣ ਤੋਂ ਬਾਅਦ ਉਸ ਨੇ ਆ ਕੇ ਸਿੰਹਾਸਨ ਤੇ ਬੈਠਣਾ ਸੀ, ਪਰ ਇਸ ਸਿੰਹਾਸਨ ਤੇ ਮੈਂ ਨਹੀਂ ਬੈਠਾਂਗਾ। ਕੌਣ ਬੈਠੇਗਾ? ਦਾਊਦ। ਇਸੇ ਲਈ ਯੋਨਾਤਨ ਸਾਫ਼-ਸਾਫ਼ ਇਸ ਗੱਲ ਨੂੰ ਗ੍ਰਹਿਣ ਕਰਦਾ, ਦਾਊਦ ਤੂੰ ਹੀ ਰਾਜਾ ਬਣੇਗਾ। ਜੇ ਮੈਂ ਐਸੀ ਸੋਚ ਰੱਖਦਾ ਹਾਂ ਤਾਂ ਪ੍ਰਭੂ ਨੇ ਫਿਰ ਕੀ ਸੋਚਿਆ ਹੈ? ਤੂੰ ਹੀ ਰਾਜਾ ਬਣੇਗਾ। ਇਸੇ ਕਾਰਨ ਉਹ ਬੜੇ ਚੰਗੇ ਤਰੀਕੇ ਨਾਲ ਸਾਈਡ ਤੇ ਹਟ ਜਾਂਦਾ। ਦਾਊਦ ਤੂੰ ਰਾਜਾ ਬਣੇਗਾ ਅਤੇ ਮੈਂ ਤੇਰਾ ਸਹਾਇਕ ਹੋਵਾਂਗਾ, ਤੇਰੀ ਮਦਦ ਕਰਾਂਗਾ। ਕਿੰਨੀ ਅਦਭੁਤ ਮਹਾਨ ਆਤਮਿਕਤਾ ਹੈ। ਉਹ ਕਿੰਨਾ ਆਪਣੇ ਆਪ ਨੂੰ ਦੀਨ ਕਰਦਾ ਹੈ ਅਤੇ ਕਿੰਨੀ ਦੀਨਤਾ ਹੈ। ਯੋਨਾਤਨ ਨੇ ਇੱਕ ਦਿਨ ਦਾਊਦ ਦੇ ਨਾਲ ਇੱਕ ਵਾਅਦਾ ਕੀਤਾ। ਉਸਨੇ ਉਹਦੇ ਨਾਲ ਇੱਕ ਵਾਅਦਾ ਕੀਤਾ, ਪਰਮੇਸ਼ਵਰ ਨੇ ਤੈਨੂੰ ਆਸ਼ੀਸ਼ ਦੇਣ ਤੋਂ ਬਾਅਦ, ਪ੍ਰਭੂ ਜਦੋਂ ਤੈਨੂੰ ਮਹਾਨ ਕਰੇਗਾ, ਪਰਮੇਸ਼ਵਰ ਨੇ ਤੈਨੂੰ ਸਥਿਰ ਕਰਨ ਤੋਂ ਬਾਅਦ ਮੇਰੇ ਪਰਿਵਾਰ ਨੂੰ, ਮੇਰੇ ਬੱਚਿਆਂ ਨੂੰ ਤੂੰ ਅਣਦੇਖਾ ਨਹੀਂ ਕਰੇਂਗਾ ਨਾ। ਯਾਨੀ ਯੋਨਾਤਨ ਨੂੰ ਇਹ ਗੱਲ ਸਮਝ ਆ ਗਈ, ਇੱਕ ਦਿਨ ਮੇਰੇ ਸਾਹਮਣੇ ਦਾਊਦ ਰਾਜਾ ਬਣ ਕੇ ਰਾਜ ਕਰੇਗਾ। ਫਿਰ ਮੇਰੇ ਬੱਚਿਆਂ ਦਾ ਕੀ ਹੋਵੇਗਾ? ਜੇ ਮੈਂ ਰਾਜਾ ਬਣ ਜਾਂਦਾ ਤਾਂ ਮੇਰੇ ਬੱਚੇ ਵੀ ਰਾਜਕੁਮਾਰ ਬਣ ਕੇ ਚੱਲਦੇ। ਪਰ ਮੈਂ ਹੁਣ ਪਰਮੇਸ਼ਵਰ ਦੀ ਇੱਛਾ ਸਮਝ ਰਿਹਾ ਹਾਂ। ਦਾਊਦ ਹੁਣ ਰਾਜਾ ਬਣਨ ਵਾਲਾ ਹੈ। ਅਗਰ ਮੈਨੂੰ ਕੁਝ ਹੋ ਜਾਵੇ ਤਾਂ ਮੇਰੇ ਤੋਂ ਬਾਅਦ ਬੱਚਿਆਂ ਦਾ ਕੀ ਹੋਵੇਗਾ? ਬੱਚੇ ਜੋ ਰਾਜਕੁਮਾਰ ਦੀ ਤਰ੍ਹਾਂ ਹੋਣਾ ਚਾਹੁੰਦੇ ਹੈ, ਉਹਨਾਂ ਦਾ ਕੀ ਹੋਵੇਗਾ? ਦਾਊਦ ਦੇ ਨਾਲ ਯੋਨਾਤਾਨ, ਉਸਨੇ ਉਹਦੇ ਤੋਂ ਵਚਨ ਲਿੱਤਾ। ਪਤਾ ਹੈ ਕੀ ਹੈ? ਦਾਊਦ ਆਓ
ਇਸ ਵਚਨ ਨੂੰ ਅਸੀਂ ਪੜ੍ਹਦੇ ਹਾਂ। 20ਵਾਂ ਅਧਿਆਏ 13ਵਾਂ ਵਚਨ। ਉਹੀ ਗੱਲ ਕਹੀ, ਯਹੋਵਾ ਤੇਰੇ ਨਾਲ ਉਸੇ ਤਰ੍ਹਾਂ ਰਹੇ ਜਿਸ ਤਰ੍ਹਾਂ ਉਹ ਮੇਰੇ ਪਿਤਾ ਦੇ ਨਾਲ ਰਿਹਾ, ਅਤੇ ਤੂੰ ਸਿਰਫ ਮੇਰੇ ਜਿਉਂਦੇ ਜੀ ਮੇਰੇ ਉੱਤੇ ਯਹੋਵਾ ਦੀ ਕਿਰਪਾ ਕਰੇ ਅਤੇ ਇਸ ਤਰ੍ਹਾਂ ਹੋਵੇ ਕਿ ਮੈਂ ਨਾ ਮਰ ਸਕਾਂ। ਮੇਰੇ ਉੱਤੇ ਐਸੀ ਕਿਰਪਾ ਕਰਨਾ, ਜੇਕਰ ਮੈਂ ਨਾ ਮਰਾਂ। ਯਹੋਵਾ ਦਾਊਦ ਦੇ ਹਰ ਇੱਕ ਦੁਸ਼ਮਣ ਨੂੰ ਧਰਤੀ ਉੱਤੋਂ ਨਾਸ਼ ਕਰ ਚੁੱਕੇਗਾ, ਤਦ ਵੀ ਐਸਾ ਨਾ ਕਰੀਂ, ਪਰ ਮੇਰੇ ਘਰਾਣੇ ਦੇ ਉੱਪਰ ਆਪਣੇ ਕਿਰਪਾ ਦੀ ਦ੍ਰਿਸ਼ਟੀ ਕਦੇ ਨਾ ਹਟਾਵੀਂ। ਇਸ ਤਰ੍ਹਾਂ ਉਸਨੇ ਕਿਹਾ। ਵੇਖੋ ਇੱਥੇ ਉਹ ਕੀ ਕਹਿੰਦਾ ਹੈ। ਯਾਨੀ ਅਗਰ ਤੈਨੂੰ ਰਾਜੇ ਦੇ ਰੂਪ 'ਚ ਨਿਯੁਕਤ ਕੀਤਾ ਜਾਂਦਾ ਹੈ, ਅਗਰ ਮੈਂ ਮਰ ਜਾਂਦਾ ਹਾਂ ਤਾਂ ਮੇਰੇ ਬੱਚਿਆਂ ਨੂੰ ਤਾਂ ਅਣਦੇਖਾ ਨਾ ਕਰੀਂ। ਤੂੰ ਮੇਰੇ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰੇਂਗਾ। ਇਹ ਵਾਅਦਾ ਕਰੇਗਾ ਅਗਰ ਤੂੰ ਰਾਜਾ ਬਣਨ ਤੋਂ ਬਾਅਦ, ਸਥਿਰ ਹੋਣ ਤੋਂ ਬਾਅਦ ਮੇਰੇ ਬੱਚਿਆਂ ਦੇ ਪ੍ਰਤੀ ਅਣਦੇਖਾ ਵਿਵਹਾਰ ਕਰੇਂਗਾ ਤਾਂ ਜ਼ਰੂਰ ਪਰਮੇਸ਼ਵਰ ਤੈਨੂੰ ਦੂਰ ਕਰਨਗੇ। ਉਸ ਦਿਨ ਦਾਊਦ ਨੂੰ ਯੋਨਾਤਾਨ ਦੇ ਨਾਲ ਇੱਕ ਬੜੇ ਹੀ ਪ੍ਰੇਮ ਦੇ ਨਾਲ ਵਾਅਦਾ ਕਰਨਾ ਪਿਆ। ਦਾਊਦ ਨੇ ਵਚਨ ਦਿੱਤਾ, ਤੇਰੇ ਬੱਚਿਆਂ ਦਾ ਧਿਆਨ ਮੈਂ ਰੱਖਾਂਗਾ। ਸ਼ਾਉਲ ਦੀ ਜਲਦਬਾਜ਼ੀ ਦੇ ਕਾਰਨ, ਉਹਦੀ ਮੂਰਖਤਾ ਦੇ ਕਾਰਨ, ਪਰਮੇਸ਼ਵਰ ਦੀ ਇੱਛਾ ਦੇ ਵਿਰੋਧ ਅਤੇ ਪਰਮੇਸ਼ਵਰ ਦੀ ਮਦਦ ਤੋਂ ਬਿਨਾਂ ਉਹਦੀ ਇੱਛਾ ਦੇ ਵਿਰੋਧ ਦੇ ਵਿੱਚ ਸ਼ਾਉਲ ਲੜਾਈ ਦੇ ਵਿੱਚ ਗਿਆ, ਅਤੇ ਸ਼ਾਉਲ ਦੇ ਨਾਲ ਯੋਨਾਤਾਨ ਵੀ ਉਹਦੇ ਨਾਲ ਲੜਾਈ 'ਚ ਗਿਆ। ਉਹਦੇ ਨਾਲ ਉਹਦੇ ਪੁੱਤਰ ਵੀ ਗਏ। ਉਸ ਲੜਾਈ ਦੇ ਵਿੱਚ ਸ਼ਾਉਲ ਹਾਰ ਗਿਆ ਅਤੇ ਆਪਣੇ ਆਪ ਨੂੰ ਉਸਨੇ ਮਾਰ ਲਿਆ। ਉਸ ਲੜਾਈ ਦੇ ਵਿੱਚ ਪਿਤਾ ਦੀ ਮਦਦ ਕਰਦੇ ਹੋਏ ਯੋਨਾਤਾਨ ਵੀ ਮਾਰਿਆ ਗਿਆ, ਉਹਦੇ ਪੁੱਤਰ ਵੀ ਮਾਰੇ ਗਏ। ਫਿਰ ਉਸ ਤੋਂ ਬਾਅਦ ਦਾਊਦ ਸਿੰਘਾਸਨ ਉੱਤੇ ਰਾਜੇ ਦੇ ਰੂਪ ਦੇ ਵਿੱਚ ਬੈਠਦਾ ਹੈ। ਉਸ ਤੋਂ ਬਾਅਦ ਕੀ ਹੋਇਆ ਤੁਹਾਨੂੰ ਪਤਾ ਹੈ। ਸਵਰਗ ਵਿੱਚ ਜਾਣ ਵਾਲੇ ਲੋਕਾਂ ਦੇ ਇਸ ਧਰਤੀ ਤੇ ਵਿਖਣ ਵਾਲੇ ਜਿਹੜੇ ਗੁਣ ਹੈ ਉਹ ਤੁਹਾਨੂੰ ਪਤਾ ਹੈ। ਵਚਨ ਤੋਂ ਨਹੀਂ ਹਟਦੇ। ਜਦੋਂ ਤਕਲੀਫ 'ਚ ਹੁੰਦੇ ਹੈ ਇੱਕ ਵਚਨ ਦਿੰਦੇ ਹੈ, ਤਕਲੀਫ ਤੇ ਮੁਸ਼ਕਲ ਤੋਂ ਨਿਕਲਣ ਤੋਂ ਬਾਅਦ ਉਹ ਭੁੱਲ ਜਾਂਦੇ ਆ। ਜਦ ਨੌਕਰੀ 'ਚ ਹੁੰਦੇ ਆ, ਤਕਲੀਫ 'ਚ ਹੁੰਦੇ ਆ, ਬਿਨਾਂ ਨੌਕਰੀ ਤੋਂ ਹੁੰਦੇ ਆ, ਆਰਥਿਕ ਸਮੱਸਿਆ ਅਤੇ ਪੀੜਾ ਵਿੱਚ ਹੁੰਦੇ ਆ, ਤਾਂ ਪਰਮੇਸ਼ਵਰ ਦੀ ਹਜ਼ੂਰੀ 'ਚ ਆ ਕੇ ਉਹਦੇ ਨਾਲ ਵਾਅਦਾ ਕਰਦੇ ਆ ਅਤੇ ਪੱਕਿਆ ਕਹਿ ਦਿੰਦੇ ਆ। ਅਸੀਂ ਵਚਨ ਵੀ ਦਿੰਦੇ ਹਾਂ ਕਿ ਪਰਮੇਸ਼ਵਰ ਇਹ ਮੁਸ਼ਕਲ ਦੇ ਵਿੱਚੋਂ, ਇਸ ਬਿਮਾਰੀ ਦੇ ਵਿੱਚੋਂ, ਇਸ ਤਕਲੀਫ ਦੇ ਵਿੱਚੋਂ ਅਤੇ ਬਾਂਝਪਨ 'ਚੋਂ ਨਿਕਲਣ ਤੋਂ ਬਾਅਦ ਜੇ ਇਸ ਬੇਰੁਜ਼ਗਾਰੀ ਦੇ ਵਿੱਚੋਂ ਤੁਸੀਂ ਮੈਨੂੰ ਬਾਹਰ ਕੱਢੋਗੇ, ਮੇਰੇ ਤੇ ਦਇਆ ਕਰਕੇ ਅਗਰ ਪ੍ਰਭੂ ਤੁਸੀਂ ਮੈਨੂੰ ਆਸ਼ੀਸ਼ ਦਓਗੇ, ਮੈਂ ਇਹ ਕਰਾਂਗਾ, ਮੈਂ ਉਹ ਕਰਾਂਗਾ। ਇਸ ਤਰ੍ਹਾਂ ਵਾਅਦਾ ਕਰਦੇ ਆ ਅਤੇ ਪਰਮੇਸ਼ਵਰ ਦੀ ਕਿਰਪਾ ਕਰਨ ਤੋਂ ਬਾਅਦ ਸਾਨੂੰ ਆਪਣੇ ਵਚਨ ਤੇ ਬਣੇ ਰਹਿਣਾ ਚਾਹੀਦਾ। ਇਹ ਸਭ ਨਹੀਂ ਕਰ ਪਾਉਂਦੇ, ਪਰ ਕੌਣ ਕਰ ਸਕਦੇ ਆ? ਜਿਹੜੇ ਸਵਰਗ ਵਿੱਚ ਜਾਣ ਦੇ ਲਾਇਕ ਹੈ। ਵਚਨ ਪੂਰਾ ਕਰਨ ਦਾ ਸੁਭਾਅ ਉਹਨਾਂ ਵਿੱਚ ਨਜ਼ਰ ਆਉਂਦਾ ਹੈ। ਵੇਖਦੇ ਹਾਂ ਦੂਸਰੇ ਸ਼ੈਮੂਅਲ ਦੇ ਵਿੱਚ, ਦੂਸਰੇ ਸ਼ੈਮੂਅਲ ਦੀ ਕਿਤਾਬ 2 ਅਧਿਆਇ ਤੋਂ ਅਸੀਂ ਕੁਝ ਵਚਨਾਂ ਨੂੰ ਪੜਾਂਗੇ। ਯੋਨਾਤਾਨ ਦੇ ਕਾਰਨ ਦੂਸਰਾ ਸ਼ੈਮੂਅਲ 9 ਅਧਿਆਇ ਉਹਦਾ ਵਚਨ ਪਹਿਲਾ, ਕਿ ਸ਼ਾਉਲ ਦੇ ਘਰਾਣੇ ਦੇ ਵਿੱਚੋਂ ਹਜੇ ਤੱਕ ਕੋਈ ਅਜਿਹਾ ਬਚਿਆ ਹੈ ਜਿਹਦੇ ਉੱਤੇ ਮੈਂ ਯੋਨਾਤਾਨ ਦੇ ਕਾਰਨ ਉਹਦੇ ਉੱਤੇ ਦਇਆ ਕਰ ਸਕਾਂ। ਉਸਨੇ ਪੁੱਛਿਆ। ਸ਼ਾਉਲ ਦੇ ਘਰਾਣੇ ਵਿੱਚੋਂ ਸ਼ੀਬਾ ਨਾਮ ਦਾ ਇੱਕ ਨੌਕਰ ਸੀ, ਯਾਨੀ ਸ਼ੀਬਾ ਦਾਊਦ ਦੇ ਕੋਲ ਬੁਲਾਇਆ ਗਿਆ। ਜਦੋਂ ਰਾਜੇ ਨੇ ਉਸ ਨੂੰ ਪੁੱਛਿਆ ਕਿ ਤੂੰ ਸੀਬਾ ਹੈ, ਫਿਰ ਉਸਨੇ ਕਿਹਾ, ਹਾਂ ਤੇਰਾ ਦਾਸ ਇਹੀ ਹੈ। ਹਾਂ ਰਾਜਾ, ਜਿਹਦੇ ਤੇ ਮੈਂ ਪਰਮੇਸ਼ਵਰ ਜਿਹੀ ਦਇਆ ਕਰਾਂ। ਧਿਆਨ ਨਾਲ ਸੁਣੋ, ਕੀ ਸੁਣ ਰਹੇ ਹੋ? ਜਿਸ ਤਰ੍ਹਾਂ ਪਰਮੇਸ਼ਵਰ ਨੇ ਮੇਰੇ ਤੇ ਦਇਆ ਕੀਤੀ ਕਿ ਸ਼ਾਉਲ ਦੇ ਘਰਾਣੇ ਦੇ ਵਿੱਚੋਂ ਹਜੇ ਤੱਕ ਕੋਈ ਅਜਿਹਾ ਬਚਿਆ ਹੈ ਜਿਹਦੇ ਉੱਤੇ ਮੈਂ ਪਰਮੇਸ਼ਵਰ ਦੇ ਵਰਗੀ ਦਇਆ ਕਰਾਂ। ਇਸ ਤਰ੍ਹਾਂ ਕਿਹਾ। ਹਾਂ, ਵਚਨ 'ਚ ਅੱਗੇ ਲਿਖਿਆ ਹੈ ਕਿ ਯੋਨਾਤਾਨ ਦਾ ਇੱਕ ਪੁੱਤਰ ਹੈ, ਉਸ ਤੇ ਦਇਆ ਕਰਨ ਦਾ ਵਚਨ ਉਸ ਨੂੰ ਦਿੱਤਾ। ਯੋਨਾਤਾਨ ਨੂੰ ਉਸਨੇ ਵਚਨ ਦਿੱਤਾ ਸੀ, ਮੈਂ ਤੈਨੂੰ ਯਾਦ ਰੱਖਾਂਗਾ ਅਤੇ ਤੇਰੀ ਸੰਤਾਨ ਨੂੰ ਵੀ ਯਾਦ ਰੱਖਾਂਗਾ। ਸਾਡੇ ਵਿਚਕਾਰ ਇੱਕ ਇਹ ਵਾਅਦਾ ਹੈ। ਯੋਨਾਤਾਨ ਦੇ ਮਰਨ ਤੋਂ ਬਾਅਦ ਜਦੋਂ ਦਾਊਦ ਰਾਜਾ ਬਣਿਆ ਤਾਂ ਉਸਨੇ ਇਹ ਗੱਲ ਯਾਦ ਰੱਖੀ। ਉਹਨੇ ਯੋਨਾਤਾਨ ਨੂੰ ਵਚਨ ਦਿੱਤਾ ਸੀ, ਮੈਂ ਤੇਰੀ ਸੰਤਾਨ ਦੀ ਦੇਖਭਾਲ ਕਰਾਂਗਾ। ਉਸਨੇ ਇਹ ਕੀਤਾ ਆਪਣੇ ਨੌਕਰ ਨੂੰ ਭੇਜ ਕੇ ਕਿ ਉਹਦੇ ਨਾਲ ਸੰਬੰਧਿਤ ਕੋਈ ਬੱਚੇ ਹੈ, ਕਿ ਸ਼ਾਉਲ ਦੇ ਪਰਿਵਾਰ 'ਚੋਂ ਕੋਈ ਇਨਸਾਨ ਜ਼ਿੰਦਾ ਹੈ। ਇਸ ਤਰ੍ਹਾਂ ਕਹਿ ਕੇ ਸ਼ਾਉਲ ਦੇ ਘਰਾਣੇ 'ਚੋਂ ਕਿਸੇ ਆਦਮੀ ਨੂੰ ਜਦ ਬੁਲਾਇਆ ਤਾਂ ਉਹਨਾਂ ਵਿੱਚੋਂ ਯੋਨਾਤਾਨ ਦਾ ਇੱਕ ਬੇਟਾ ਸੀ। ਕੌਣ? ਤੀਸਰੇ ਵਚਨ ਦੇ ਆਖਰ ਤੋਂ ਪੜ੍ਹ ਰਿਹਾ ਹਾਂ। ਹਾਂ, ਯੋਨਾਤਾਨ ਦਾ ਇੱਕ ਪੁੱਤਰ ਹੈ ਜਿਹੜਾ ਲੰਗੜਾ ਹੈ। ਹਾਂ, ਉਸ ਦਾ ਇੱਕ ਬੇਟਾ ਹੈ। ਇਸ ਤਰ੍ਹਾਂ ਉਸਨੇ ਕਿਹਾ। ਰਾਜੇ ਨੇ ਉਸ ਤੋਂ ਪੁੱਛਿਆ ਕਿ ਉਹ ਕਿੱਥੇ ਹੈ। ਸ਼ੀਬੇ ਨੇ ਰਾਜੇ ਨੂੰ ਕਿਹਾ, ਉਹ ਤਾਂ ਲੋਦਾਰ ਨਗਰ ਦੇ ਵਿੱਚ ਅਮੀਏਲ ਦੇ ਪੁੱਤਰ ਮਾਕੀਰ ਦੇ ਘਰੇ ਰਹਿੰਦਾ ਹੈ। ਤਾਂ ਜਾ ਕੇ ਯੋਨਾਤਾਨ ਦੇ ਪੁੱਤਰ ਨੂੰ ਮਫੀਬੋਸ਼ਤ ਨੂੰ ਲੈ ਕੇ ਆਓ। ਇਸ ਤਰ੍ਹਾਂ ਗੱਲ ਉਸਨੇ ਕਹੀ ਤਾਂ ਉਹ ਜਾ ਕੇ ਮਫੀਬੋਸ਼ਤ ਨੂੰ ਲੈ ਕੇ ਆਏ।
ਮਫੀਬੋਸ਼ੇਤ ਜਦੋਂ ਆਇਆ ਤਾਂ ਕੀ ਕਹਿੰਦਾ ਹੈ ਅਗਲੇ ਵਚਨ 'ਚ ਵੇਖਦੇ ਹਾਂ। ਦਾਊਦ ਨੇ ਉਸ ਨੂੰ ਆਖਿਆ, ਮੇਰੇ ਤੋਂ ਨਾ ਡਰ, ਮੈਂ ਤੇਰੇ ਪਿਤਾ ਯੋਨਾਤਾਨ ਦੇ ਕਾਰਨ ਤੇਰੇ ਨਾਲ ਹਮੇਸ਼ਾ ਭਲਾਈ ਹੀ ਕਰਾਂਗਾ, ਤਾਂ ਤੇਰੇ ਦਾਦਾ ਸ਼ਾਊਲ ਦੀ ਸਾਰੀ ਜ਼ਮੀਨ ਤੈਨੂੰ ਵਾਪਸ ਕਰ ਦਿਆਂਗਾ, ਤੈਨੂੰ ਦੇ ਦੇਵਾਂਗਾ। ਵੇਖ ਰਹੇ ਆ ਨਾ, ਸੁਣ ਰਹੇ ਆ ਨਾ। ਮਫੀਬੋਸ਼ੇਤ, ਹਿੰਮਤ ਰੱਖ, ਅੱਜ ਮੈਂ ਰਾਜਾ ਹਾਂ, ਲੇਕਿਨ ਸ਼ਾਊਲ ਦੀ ਜੋ ਵੀ ਧਨ ਸੰਪत्ति ਹੈ ਉਹ ਸਭ ਤੈਨੂੰ ਦਿਆਂਗਾ। ਯੋਨਾਤਾਨ ਮੇਰਾ ਮਿੱਤਰ ਸੀ, ਮੈਂ ਉਹਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਹਦੇ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਾਂਗਾ। ਇਸੇ ਲਈ ਜੋ ਵੀ ਧਨ ਦੌਲਤ ਤੈਨੂੰ ਮਿਲਣਾ ਹੈ, ਆਮ ਤੌਰ ਤੇ ਘਰ ਚਲਾਉਣ ਵਾਲੇ ਜਦੋਂ ਮਰ ਜਾਂਦੇ ਹਨ, ਉਸ ਤੋਂ ਬਾਅਦ ਉਸ ਸਮੇਂ ਭੈਣ ਜਾਂ ਫਿਰ ਕੋਈ ਭਰਾ ਆ ਕੇ ਕੋਈ ਮਦਦ ਚਾਹੁੰਦੇ ਹੈ ਤਾਂ ਫਿਰ ਉਸ ਵਕਤ ਕੀ ਕਹਿੰਦੇ ਹੈ ਪਤਾ ਹੈ? ਮੇਰਾ ਪਤੀ ਐਕਸੀਡੈਂਟ ਦੇ ਵਿੱਚ ਮਰ ਗਿਆ ਹੈ, 3 ਬੱਚੇ ਹੈ ਪਿਤਾ, ਚੰਗੀ ਨੌਕਰੀ ਸੀ, ਬਹੁਤ ਪੈਸਾ ਸੀ ਪਿਤਾ, ਅੱਜ ਖਾਣ ਦੇ ਲਈ ਇੱਕ ਵੀ ਦਾਣਾ ਨਹੀਂ ਹੈ। ਜਦੋਂ ਇਸ ਤਰ੍ਹਾਂ ਕਹਿ ਰਹੇ ਸੀ ਤਾਂ ਅਸੀਂ ਇਹ ਕਹਿੰਦੇ ਹਾਂ ਤੁਹਾਡੇ ਕੋਲ ਬਹੁਤ ਪੈਸਾ ਸੀ, ਖਾਣ ਲਈ ਹੁਣ ਪੈਸਾ ਨਹੀਂ, ਇਹ ਕਿਸ ਤਰ੍ਹਾਂ ਹੋ ਸਕਦਾ? ਉਹਨਾਂ ਦੇ ਜਿਹੜੇ ਭਰਾ ਸੀ, ਉਹਨਾਂ ਸਾਰਿਆਂ ਨੇ ਧੋਖੇ ਨਾਲ ਮੇਰੇ ਪਤੀ ਦੀ ਸਾਰੀ ਧਨ ਦੌਲਤ ਨੂੰ ਖੋਹ ਲਿਆ ਹੈ ਅਤੇ ਉਹਨਾਂ ਨੇ ਧੋਖੇ ਨਾਲ ਸਾਈਨ ਕਰਵਾਏ ਅਤੇ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਉਹਨਾਂ ਨੇ 1 ਏਕੜ ਵੀ ਜ਼ਮੀਨ ਨਹੀਂ ਦਿੱਤੀ ਅਤੇ ਨਾ ਹੀ ਘਰ ਦਿੱਤਾ। ਧਨ ਸੰਪत्ति ਜੋ ਕੁਝ ਵੀ ਸੀ ਉਹਨਾਂ ਨੇ ਧੋਖੇ ਦੇ ਨਾਲ ਖੋਹ ਲਈ। ਇਹ ਦੁਸ਼ਟ ਲੋਕ ਹੈ। ਘਰ ਦਾ ਕਰਤਾ ਦਰਤਾ ਮੁਖੀਆ ਅਗਰ ਮਰ ਜਾਵੇ, ਨੌਕਰੀ ਕਰਨ ਵਾਲਾ ਮਰ ਜਾਵੇ, ਖੇਤੀਬਾੜੀ ਕਰਨ ਵਾਲਾ ਮਰ ਜਾਵੇ, ਉਹਦੀ ਜ਼ਮੀਨ ਨੂੰ ਲੁੱਟਣ ਦੇ ਲਈ, ਉਹਦੀ ਧਨ ਦੌਲਤ ਨੂੰ ਲੁੱਟਣ ਦੇ ਲਈ, ਉਹਨਾਂ ਦੀ ਧਨ ਦੌਲਤ ਨੂੰ ਲੁੱਟਣ ਦੇ ਲਈ ਕਿੰਨੇ ਲੋਕ ਤਿਆਰ ਹੋ ਜਾਂਦੇ ਐਸੇ ਦੁਸ਼ਟ ਲੋਕ। ਪਰ ਇੱਥੇ ਦਾਊਦ ਕਹਿੰਦਾ ਹੈ, ਸ਼ਾਊਲ ਦੇ ਧਨ ਵਿੱਚੋਂ ਮੈਨੂੰ ਕੁਝ ਵੀ ਨਹੀਂ ਚਾਹੀਦਾ, ਉਹ ਸਭ ਮੈਂ ਤੈਨੂੰ ਦੇ ਦਿਆਂਗਾ। ਇਹ ਕਹਿ ਕੇ ਉੱਥੇ ਨਹੀਂ ਰੁਕਿਆ ਅਤੇ ਨਾ ਉਸਨੇ ਰੋਕਿਆ। ਹੇ ਮਫੀਬੋਸ਼ੇਤ, ਇੱਕ ਗੱਲ ਤੈਨੂੰ ਕਹਿਣੀ ਹੈ। ਦੱਸੋ ਸਵਾਮੀ ਜੀ। ਸ਼ਾਊਲ ਦੀ ਸਾਰੀ ਧਨ ਦੌਲਤ ਮੈਂ ਤੈਨੂੰ ਦੇ ਦਿੰਦਾ ਹਾਂ। ਮੈਨੂੰ ਇਹ ਗੱਲ ਪਤਾ ਹੈ। ਉਹ ਕੀ ਹੈ? ਜੀ ਹਾਂ, ਅਸਲ ਦੇ ਵਿੱਚ ਰਾਜੇ ਦੇ ਰੂਪ ਦੇ ਵਿੱਚ ਸੱਚਮੁੱਚ ਇਸ ਭੋਜਨ ਦੇ ਮੇਜ਼ ਤੇ ਬੈਠਣ ਦੀ ਹਿੰਮਤ ਮੇਰੇ ਵਿੱਚ ਬਿਲਕੁਲ ਨਹੀਂ ਆ। ਸ਼ਾਊਲ ਦੇ ਬਾਅਦ ਅਸਲ ਦੇ ਵਿੱਚ ਇੱਥੇ ਤੇਰਾ ਪਿਤਾ ਯੋਨਾਤਾਨ ਬੈਠਣਾ ਚਾਹੀਦਾ ਸੀ। ਤੇਰਾ ਪਿਤਾ ਅਗਰ ਉਹ ਭੋਜਨ ਦੇ ਮੇਜ਼ ਤੇ ਬੈਠਦਾ ਤਾਂ ਮੈਂ ਤੇਰੇ ਪਿਤਾ ਦੇ ਨਾਲ ਭੋਜਨ ਕਰਦਾ। ਪਰ ਪਰਮੇਸ਼ਵਰ ਦੀ ਐਸੀ ਮਹਾਨ ਕਿਰਪਾ ਦੇ ਕਾਰਨ ਯੋਗਤਾ ਨਹੀਂ, ਇਸ ਲਈ ਮੈਂ ਰਾਜੇ ਦੇ ਰੂਪ ਦੇ ਵਿੱਚ ਇਸ ਦੇਸ਼ ਤੇ ਰਾਜ ਕਰ ਰਿਹਾ ਹਾਂ। ਇਹ ਮੌਕਾ ਮੈਨੂੰ ਦਿੱਤਾ। ਰਾਜੇ ਜਿੱਥੇ ਭੋਜਨ ਕਰਦੇ ਸੀ ਉੱਥੇ ਮੈਨੂੰ ਬਿਠਾਇਆ ਹੈ, ਪਰੰਤੂ ਮਫੀਬੋਸ਼ੇਤ ਅਸਲ 'ਚ ਉਸ ਨੂੰ ਇੱਥੇ ਬੈਠਣਾ ਚਾਹੀਦਾ ਸੀ, ਮੈਂ ਨਹੀਂ। ਅਸਲ 'ਚ ਮੇਰੇ ਬੱਚੇ ਨਹੀਂ, ਪਰ ਤੁਸੀਂ ਇਸ ਜਗ੍ਹਾ ਤੇ ਬੈਠਣਾ ਹੈ। ਇਸ ਲਈ ਮਫੀਬੋਸ਼ੇਤ, ਅੱਜ ਤੋਂ ਤੂੰ ਤਾਂ ਮੇਰੇ ਨਾਲ ਮੇਰੇ ਪੁੱਤਰ ਦੀ ਤਰ੍ਹਾਂ ਰਾਜੇ ਜਿੱਥੇ ਭੋਜਨ ਕਰਦੇ ਆ ਉੱਥੇ ਤੂੰ ਵੀ ਬੈਠਣਾ ਹੈ। ਇਸ ਤਰ੍ਹਾਂ ਕਿਉਂ? ਅਗਰ ਤੇਰਾ ਪਿਤਾ ਰਾਜਾ ਹੁੰਦਾ ਤਾਂ ਉਸਨੇ ਇਸ ਜਗ੍ਹਾ ਤੇ ਬੈਠਣਾ ਸੀ। ਉਹਦੇ ਨਾਲ ਦੀ ਜਗ੍ਹਾ ਪਰਮੇਸ਼ਵਰ ਮੈਨੂੰ ਦਿੰਦੇ। ਦੇਖੋ ਦਾਊਦ ਦੀ ਕਿੰਨੀ ਚੰਗੀ ਆਤਮਿਕਤਾ ਸੀ। ਦਾਊਦ ਸਿੰਘਾਸਨ ਦੇ ਉੱਤੇ ਬੈਠਣ ਤੋਂ ਬਾਅਦ ਉਸਨੇ ਆਪਣੀ ਕੀਮਤ ਨੂੰ ਜਾਣ ਨਹੀਂ ਦਿੱਤਾ। ਕਈ ਲੋਕਾਂ ਨੂੰ ਅਸੀਂ ਵੇਖਦੇ ਹਾਂ ਕਿ ਧਨ ਗੁਣਾਂ ਨੂੰ ਬਰਬਾਦ ਕਰ ਦਿੰਦਾ ਹੈ। ਇਹ ਧਨ ਹੈ ਤਾਂ ਗੁਣ ਨਹੀਂ, ਇਹ ਗੁਣ ਨਹੀਂ ਹੈ ਤਾਂ ਫਿਰ ਧਨ ਨਹੀਂ। ਦਾਊਦ ਦੇ ਉੱਪਰ ਇਹ ਆਸ਼ੀਸ਼ ਪੀੜ੍ਹੀਆਂ ਤੋਂ ਨਹੀਂ ਆਈ, ਇਹ ਆਸ਼ੀਸ਼ ਉਹਦੇ ਉੱਪਰ ਅਚਾਨਕ ਆ ਗਈ। ਘੱਟੋ ਘੱਟ ਲਗਭਗ 15 ਸਾਲਾਂ ਤੱਕ 13 ਤੋਂ 15 ਸਾਲ ਤੱਕ ਪਰਮੇਸ਼ਵਰ ਨੇ ਜੋ ਉਹਨਾਂ ਨਾਲ ਵਾਅਦਾ ਕੀਤਾ ਸੀ, ਧੀਰਜ ਦੇ ਨਾਲ, ਵਿਸ਼ਵਾਸ ਦੇ ਨਾਲ ਰਾਹ ਵੇਖਦੇ ਹੋਏ ਇੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਅਦ ਉਸ ਨੂੰ ਉਹ ਜਗ੍ਹਾ ਮਿਲੀ। ਉਹਦੇ ਕੋਲ ਧਨ ਆਇਆ ਪਰ ਉਸ ਨੇ ਆਪਣੇ ਗੁਣਾਂ ਨੂੰ ਨਹੀਂ ਗਵਾਇਆ। ਯੋਨਾਤਾਨ ਵਿੱਚ ਜਦੋਂ ਉਸਨੇ ਇਹ ਗੱਲ ਵੇਖੀ, ਇਹ ਅਦਭੁਤ ਸੀ। ਉਸ ਨੂੰ ਉਸਨੇ ਕਿਵੇਂ ਸਥਾਪਿਤ ਕੀਤਾ? ਤੇਰੇ ਘਰਾਣੇ ਦਾ ਸਾਰਾ ਧਨ ਮੈਂ ਤੈਨੂੰ ਦੇ ਦਿਆਂਗਾ। ਇੰਨਾ ਹੀ ਨਹੀਂ, ਅੱਜ ਤੋਂ ਤੂੰ ਮੇਰੇ ਨਾਲ ਰਾਜੇ ਦੇ ਇਸ ਮਹਿਲ ਦੇ ਵਿੱਚ ਮੇਰੀ ਮੇਜ਼ ਤੇ ਹੀ ਤੂੰ ਭੋਜਨ ਕਰੇਂਗਾ। ਕਿਉਂ ਕਿਹਾ ਜ਼ਰਾ ਦੱਸੋ? ਇਹ ਗੁਣ ਜੋ ਵਚਨ ਮੈਂ ਦਿੱਤਾ ਹੈ ਉਹਦੇ 'ਚ ਮੈਂ ਮਜ਼ਬੂਤ ਰਹਿਣਾ ਹੈ। ਕਈ ਮੌਕਿਆਂ ਤੇ ਕਈ ਵਾਰ ਜਦੋਂ ਇਨਸਾਨ ਵੇਖਦਾ ਹੈ ਤਾਂ ਸਾਨੂੰ ਇਹ ਗੱਲਾਂ ਯਾਦ ਆਉਂਦੀਆਂ ਹੈ। ਜਦੋਂ ਉਹ ਸਾਡੇ ਸਾਹਮਣੇ ਦੂਰ ਹਟ ਜਾਂਦੇ ਹਨ ਤੇ ਸਾਨੂੰ ਇਹ ਗੱਲਾਂ ਭੁੱਲ ਜਾਂਦੀਆਂ ਹੈ। ਜਦ ਤੱਕ ਉਹ ਉਸ ਨੂੰ ਯਾਦ ਨਾ ਕਰਾਵੇ ਤਾਂ ਇਹ ਸਾਨੂੰ ਯਾਦ ਨਹੀਂ ਆਉਂਦੀਆਂ। ਪਰ ਦਾਊਦ ਐਸਾ ਵਿਅਕਤੀ ਨਹੀਂ ਸੀ। ਜੇ ਉਹ ਸਾਹਮਣੇ ਹੈ ਤਾਂ ਇਸ ਤਰੀਕੇ ਨਾਲ ਗੱਲ ਕਰਨਾ, ਜੇ ਉਹ ਨਹੀਂ ਹੈ ਤਾਂ ਉਹਦੀ ਬੁਰਾਈ ਨਹੀਂ ਕਰਦਾ ਸੀ। ਦਾਊਦ ਐਸਾ ਵਿਅਕਤੀ ਨਹੀਂ ਸੀ। ਤੁਹਾਡੇ ਵਿੱਚ ਕੀ ਹੈ?
ਜਦੋਂ ਕੋਈ ਤੁਹਾਡੇ ਸਾਹਮਣੇ ਹੈ ਤਾਂ ਚੰਗੀ ਗੱਲ ਕਰਦੇ ਆ, ਜਦੋਂ ਚਲਾ ਜਾਵੇ ਤਾਂ ਹੋਰ ਗੱਲਾਂ ਕਰਦੇ ਆ। ਜੇ ਤੁਹਾਡੇ ਅੰਦਰ ਐਸਾ ਸੁਭਾਅ ਹੈ ਤਾਂ ਤੁਸੀਂ ਸਵਰਗ ਦੇ ਵਿੱਚ ਜਾਣ ਵਾਲੇ ਨਹੀਂ ਹੋ, ਕਿਉਂਕਿ ਇਹ ਉੱਥੋਂ ਦਾ ਤਰੀਕਾ ਨਹੀਂ ਹੈ। ਯੋਨਾਤਾਨ ਦੇ ਮਰਨ ਦੇ ਬਾਵਜੂਦ ਵੀ ਉਹ ਹੈ ਇਸ ਤਰ੍ਹਾਂ ਦੇ ਨਾਲ ਦਾਊਦ ਵਿਵਹਾਰ ਕਰਦਾ ਹੈ। ਜਾਣਦੇ ਹੋ ਦਾ ਕਾਰਨ ਕਿ ਮੈਂ ਉਸ ਨੂੰ ਵਚਨ ਦਿੱਤਾ, ਯੋਨਾਤਾਨ ਨੂੰ ਮੈਂ ਵਚਨ ਦਿੱਤਾ, ਮੈਂ ਉਹਦੀ ਸੰਤਾਨ ਦੀ ਦੇਖਭਾਲ ਕਰਾਂਗਾ, ਮੈਂ ਉਹਨਾਂ ਨੂੰ ਵੇਖੂੰਗਾ। ਜਦ ਉਸਨੇ ਇਸ ਤਰ੍ਹਾਂ ਕਿਹਾ ਤਾਂ ਮਫੀਬੋਸ਼ੇਤ ਦੀ ਗੱਲ ਤਾਂ ਬਹੁਤ ਹੀ ਅਦਭੁਤ ਸੀ। ਉਸਨੇ ਕੀ ਕਿਹਾ ਤਾਂ ਆਓ ਇਸ ਨੂੰ ਇੱਥੇ ਪੜ੍ਹਦੇ ਹਾਂ। ਇਸ ਲਈ ਮਫੀਬੋਸ਼ੇਤ, ਤੂੰ ਮੇਰੇ ਨਾਲ ਖਾਵੇਂਗਾ। ਇਹ ਅੱਜ ਦੀ ਗੱਲ ਨਹੀਂ ਹੈ ਪਰ ਹਮੇਸ਼ਾ ਦੇ ਲਈ। ਮੂੰਹ ਠੀਕ ਹੈ ਇਸ ਲਈ ਨਹੀਂ। ਕਈ ਵਾਰ ਕਈ ਲੋਕਾਂ ਦਾ ਜਦੋਂ ਮੂੰਹ ਠੀਕ ਹੁੰਦਾ ਹੈ ਤਾਂ ਫਿਰ ਉਹਨਾਂ ਦੀਆਂ ਗੱਲਾਂ ਨੂੰ ਤੁਸੀਂ ਵੇਖਣਾ। ਅਗਰ ਮੂਡ ਠੀਕ ਹੈ ਤਾਂ ਉਹਨਾਂ ਦੀ ਗੱਲ ਕਰਨ ਦਾ ਤਰੀਕਾ, ਉਹਨਾਂ ਦੇ ਹਾਵ ਭਾਵ, ਉਹਨਾਂ ਦੇ ਬੋਲਣ ਦਾ ਤਰੀਕਾ ਫਿਰ ਅਦਭੁਤ ਹੁੰਦਾ ਹੈ। ਆਮ ਤੌਰ ਤੇ ਅਸੀਂ ਕੀ ਕਹਿੰਦੇ ਹਾਂ ਪਤਾ ਹੈ? ਅੱਜ ਕਿਹੜਾ ਦਿਨ ਹੈ? ਸੋਮਵਾਰ ਹੈ, ਸ਼ਨੀਵਾਰ ਹੈ ਜਾਂ ਫਿਰ ਵੀਰਵਾਰ ਹੈ। ਇਸ ਤਰ੍ਹਾਂ ਕਿਉਂ ਕਹਿੰਦੇ ਹਾਂ? ਕਿਉਂਕਿ ਇਸ ਦਿਨ ਨੂੰ ਅਸੀਂ ਯਾਦ ਕਰਦੇ ਹਾਂ। ਅਤੇ ਹਰ ਰੋਜ਼ ਤੁਸੀਂ ਇੱਕੋ ਜਿਹੇ ਨਹੀਂ ਹੁੰਦੇ। ਕੁਝ ਲੋਕ ਐਸੇ ਹੀ ਹੁੰਦੇ ਹੈ। ਕੁਝ ਮੌਕੇ ਐਸੇ ਹੁੰਦੇ ਹੈ ਜਦੋਂ ਉਹ ਬੜੇ ਖੁਸ਼ੀ ਨਾਲ ਰਹਿੰਦੇ ਆ, ਬੜੇ ਆਨੰਦ ਨਾਲ ਰਹਿੰਦੇ ਆ। ਉਸ ਤੋਂ ਬਾਅਦ ਉਹ ਫਿਰ ਪਹਿਲਾਂ ਤਰ੍ਹਾਂ ਜੀਂਦੇ ਹੈ। ਦਾਊਦ ਐਸਾ ਵਿਅਕਤੀ ਨਹੀਂ ਸੀ। ਭੈਣੋ ਤੇ ਭਰਾਓ, ਕੀ ਤੁਸੀਂ ਸੁਣ ਰਹੇ ਹੋ? ਮਿੰਟ-ਮਿੰਟ ਤੇ ਤੁਹਾਡਾ ਮੂਡ ਬਦਲ ਜਾਣਾ, ਮਿੰਟ-ਮਿੰਟ ਤੇ ਤੁਹਾਡੀ ਇਨਸਾਨੀਅਤ ਬਦਲ ਜਾਣੀ, ਮਿੰਟ-ਮਿੰਟ 'ਚ ਤੁਹਾਡੇ ਗੱਲ ਕਰਨ ਦਾ ਤਰੀਕਾ ਬਦਲਣਾ। ਅਗਰ ਇਸ ਤਰ੍ਹਾਂ ਦੇ ਹੋ ਤਾਂ ਸਵਰਗ ਵਿੱਚ ਜਾਣ ਵਾਲੇ ਦੀ ਲਿਸਟ ਵਿੱਚ ਤੁਹਾਡਾ ਨਾਮ ਨਹੀਂ। ਇਸ ਤੋਂ ਬਾਅਦ ਇੱਕ ਹੋਰ ਗੱਲ ਹੈ ਕਿ ਮਫੀਬੋਸ਼ੇਤ ਉਹ ਬਿਨਾਂ ਡਰੇ ਰਹਿੰਦਾ ਹੈ। ਸਵਰਗ ਵਿੱਚ ਜਾਣ ਵਾਲੇ ਲੋਕਾਂ ਦੀ ਖਾਸੀਅਤ ਕੀ ਹੈ ਤੁਹਾਨੂੰ ਪਤਾ ਹੈ? ਸਥਿਰਤਾ, ਉਹਨਾਂ ਦੀਆਂ ਗੱਲਾਂ 'ਚ ਸਥਿਰਤਾ, ਉਹਨਾਂ ਦੇ ਕੰਮਾਂ 'ਚ ਸਥਿਰਤਾ, ਉਹਨਾਂ ਦੇ ਸੁਭਾਅ 'ਚ ਸਥਿਰਤਾ। ਇਹ ਸਵਰਗ ਵਿੱਚ ਜਾਣ ਵਾਲੇ ਲੋਕਾਂ ਦੀ ਖਾਸੀਅਤ ਵਿਖਦੀ ਹੈ। ਜਲਨ ਰੱਖਣਾ ਨਹੀਂ, ਕੁੜਕੁੜਾਉਣਾ ਨਹੀਂ। ਇਹ ਨਹੀਂ ਕਹਿੰਦਾ ਅੱਜ ਮੇਰਾ ਮੂਡ ਠੀਕ ਹੈ ਤੂੰ ਮੇਰੇ ਨਾਲ ਖਾਣਾ ਖਾ। ਇਸ ਤਰ੍ਹਾਂ ਨਹੀਂ ਕਹਿੰਦਾ ਉਹ। ਇਹ ਕਹਿੰਦਾ ਹੈ ਹਮੇਸ਼ਾ ਦੇ ਲਈ, ਇੱਕ ਦਿਨ ਦੇ ਲਈ ਨਹੀਂ, ਤੇਰੇ ਮਰਨ ਤੱਕ, ਨਹੀਂ ਤਾਂ ਮੇਰੇ ਵੀ ਮਰਨ ਤੱਕ ਮੇਰੇ ਨਾਲ ਹੀ ਤੂੰ ਭੋਜਨ ਕਰਨਾ ਹੈ। ਇਹ ਕਿੰਨੀ ਭਲੀ ਗੱਲ ਹੈ। ਇਹ ਕਿੰਨੀ ਚੰਗੀ ਮਿੱਤਰਤਾ ਹੈ। ਕਿੰਨਾ ਚੰਗਾ ਇਹ ਸੁਭਾਅ ਹੈ। ਇਹ ਕਿੰਨਾ ਚੰਗਾ ਸੁਭਾਅ ਹੈ, ਕਿੰਨਾ ਚੰਗਾ ਗੁਣ ਅਤੇ ਇਨਸਾਨੀਅਤ ਹੈ। ਮੈਂ ਤੁਹਾਡੇ ਤੋਂ ਇਹੀ ਪੁੱਛਦਾ ਹਾਂ ਕਿ ਸਵਰਗ ਵਿੱਚ ਜਾਣ ਵਾਲੇ ਲੋਕਾਂ ਦੇ ਜੀਵਨ 'ਚ ਜਿਹੜੇ ਲੱਛਣ ਹੈ ਉਹ ਤੁਹਾਡੇ ਅੰਦਰ ਵੀ ਹੈ? ਕੀ ਇਹ ਗੁਣ ਤੁਹਾਡੇ ਵਿੱਚ ਵੀ ਹੈ? ਇਸ ਗੱਲ ਤੇ ਜਰਾ ਗੌਰ ਕਰੋ। ਪਵਿੱਤਰ ਪਿਤਾ, ਬਹੁਤ ਹੀ ਸਪਸ਼ਟ ਤੁਸੀਂ ਸਾਡੇ ਨਾਲ ਗੱਲਾਂ ਕੀਤੀਆਂ ਹੈ। ਸਵਰਗ ਵਿੱਚ ਜਾਣ ਵਾਲੇ ਲੋਕਾਂ ਦੇ ਜੀਵਨ 'ਚ ਕਿਹੜੇ ਗੁਣ ਦਿਖਣਗੇ? ਦਿਖਣ ਵਾਲੇ ਗੁਣ ਕਿਹੜੇ ਹੈ ਤੁਸੀਂ ਦੱਸਿਆ ਹੈ ਪ੍ਰਭੂ ਜੀ। ਅਗਰ ਐਸੇ ਗੁਣ ਸਾਡੇ ਵਿੱਚ ਨਹੀਂ ਪਾਏ ਜਾਂਦੇ ਤਾਂ ਇਹਨਾਂ ਵਿਸ਼ਿਆਂ 'ਚ ਸਾਡੀ ਮਦਦ ਕਰੋ। ਮੈਂ ਪ੍ਰਾਰਥਨਾ ਕਰਦਾ ਹਾਂ ਤੁਸੀਂ ਸਾਰਿਆਂ ਨੂੰ ਦਰਸ਼ਨ ਦੇ ਦਿਓ। ਤੁਸੀਂ ਸਾਡੇ ਨਾਲ ਬਹੁਤ ਹੀ ਸਪਸ਼ਟ ਗੱਲਾਂ ਕੀਤੀਆਂ ਹੈ। ਤੁਸੀਂ ਸਾਨੂੰ ਸਾਫ਼-ਸਾਫ਼ ਦੱਸਿਆ ਹੈ। ਸਾਡੇ ਦੇਸ਼ ਨੂੰ ਅਤੇ ਸਾਡੇ ਰਾਜ ਨੂੰ ਤੁਸੀਂ ਆਸ਼ੀਸ਼ ਦੇ ਦਿਓ। ਜਿੰਨੇ ਵੀ ਲੋਕ ਸਾਡੇ ਨਾਲ ਪ੍ਰਾਰਥਨਾ 'ਚ ਜੁੜਿਆ, ਇਹਨਾਂ ਸਭ ਨੂੰ ਤੁਸੀਂ ਆਸ਼ੀਸ਼ ਦੇ ਦਿਓ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਇਹ ਪ੍ਰਾਰਥਨਾ ਮੰਗਦੇ ਹਾਂ ਪਿਤਾ। ਆਮੀਨ। ਸਾਡਾ ਪਤਾ ਕਲਵਰੀ, ਪੋਸਟ ਬਾਕਸ ਨੰਬਰ 30, ਕੁਕਟਪੱਲੀ, ਹੈਦਰਾਬਾਦ 72।